ਸੋ ਆਓ ਪਹਿਲਾਂ ਇਸ ਸ਼ਬਦ ਦਾ ਗਾਇਨ ਸਰਵਨ ਕਰਦੇ ਹਾਂ। ਲੋਕਾ ਮਤ ਕੋ ਫੱਕੜ ਪਾਏ, ਲੋਕਾ ਮਤ ਕੋ ਫੱਕੜ ਪਾਏ, ਲੱਖ ਮੜਿਆ ਕਰ ਏਕ
तो इस शब्द का जो आप जी ने गायन सरवण किया है उसकी राव की पंक्ति है लोका मत को फक्कड़ पाए लख मड़िया कर इकट्ठे एक रत्ती ले पाए। तो गुरु नानक पातशाह इत्थे लुकाई ਨੂੰ ਸੰਬੋਧਨ ਕਰਕੇ ਕਹਿੰਦੇ ਹਨ हे ਲੋਕੋ ਮੇਰੀ ਗੱਲ ਦੇ ਉੱਤੇ ਮਖੌਲ ਨਾ ਉਡਾਓ। ਪਕੜ ਤੋਂ ਭਾਵ ਹੈ ਮਖੌਲ ਤੇ ਮੇਰੀ ਗੱਲ ਨੂੰ ਐਵੇਂ ਅਜਾਈ ਫਜ਼ੂਲ ਦੀ ਗੱਲ ਸਮਝ ਕੇ ਇਹਦਾ ਮਖੌਲ ਨਾ ਉਡਾਓ। ਜੋ ਮੈਂ ਕਹਿ ਰਿਹਾ ਵਾਂ ਉਸ ਨੂੰ ਸਮਝਣ ਦਾ ਯਤਨ ਕਰੋ ਕਿ ਜਿਵੇਂ ਲੱਖਾਂ ਮਨ ਲੱਕੜ ਦਾ ਢੇਰ ਇਕੱਠਾ ਕਰਕੇ ਜੇ ਇੱਕ ਰੱਤੀ ਜਿੰਨੀ ਅੱਗ ਲਗਾ ਦਈਏ ਤਾਂ ਉਹ ਸਾਰੇ ਢੇਰ ਨੂੰ ਸੁਆਹ ਕਰ ਦਿੰਦੀ ਹੈ। ਇਹ ਇੱਕ ਮਿਸਾਲ ਦਿੱਤੀ ਹੈ ਗੁਰੂ ਸਾਹਿਬ ਨੇ ਆਪਣੀ ਉਸ ਗੱਲ ਨੂੰ ਸਮਝਾਉਣ ਵਾਸਤੇ ਜਿਹੜੀ ਸ਼ਬਦ ਦੇ ਆਰੰਭ ਵਿੱਚ ਉਹਨਾਂ ਨੇ ਸ਼ੁਰੂ ਕੀਤੀ ਸੀ ਗੱਲ। ਇਹ ਜਨਮਾਂ ਜਨਮਾਂਤਰਾਂ ਦੇ ਪਾਪ ਜਿਹੜੇ ਨੇ ਉਹ ਪ੍ਰਭੂ ਦੇ ਨਾਮ ਦੇ ਨਾਲ ਨਾਸ਼ ਹੋ ਜਾਂਦੇ ਹਨ, ਮੁੱਕ ਜਾਂਦੇ ਹਨ। ਪਰ ਗੁਰੂ ਸਾਹਿਬ ਨੇ ਇਸ ਗੱਲ ਦੇ ਉੱਤੇ ਜ਼ਿਆਦਾ ਜ਼ੋਰ ਦੇ ਕੇ ਆਖਿਆ ਹੈ ਕਿ ਭਈ ਇਸ ਗੱਲ ਨੂੰ ਇਹ ਗੱਲ ਦਾ ਤੁਹਾਨੂੰ ਸ਼ਾਇਦ ਵਿਸ਼ਵਾਸ ਨਾ ਆਵੇ। ਕਾਰਨ ਕੀ ਹੈ ਕਿ ਜਿਹੜਾ ਭਾਰਤੀ ਸਮਾਜ ਹਿੰਦੂ ਸਮਾਜ ਸੀ ਉਹਨਾਂ ਦੇ ਅੰਦਰ ਜੋ ਕਰਮ ਫਿਲਾਸਫੀ ਦਾ ਸਿਧਾਂਤ ਸੀ ਉਹਦੇ ਮੁਤਾਬਕ ਉਹਨਾਂ ਨੂੰ ਇਹੀ ਸਿੱਖਿਆ ਦਿੱਤੀ ਜਾਂਦੀ ਸੀ ਕਿ ਜੋ ਕਰਮ ਦਾ ਫਲ ਹੈ ਉਹ ਬਦਲ ਨਹੀਂ ਸਕਦਾ। ਜੋ ਕਿਸੇ ਕਰਮ ਕੀਤਾ ਹੈ ਉਹਦਾ ਫਲ ਉਸ ਨੂੰ ਮਿਲਣਾ ਹੀ ਮਿਲਣਾ ਹੈ ਔਰ ਕਿਸੇ ਵੀ ਤਰੀਕੇ ਦੇ ਨਾਲ ਉਹ ਬਦਲ ਨਹੀਂ ਸਕਦਾ। ਉਹਨਾਂ ਦਾ ਕਰਮ ਸਿਧਾਂਤ ਇਹ ਕਹਿੰਦਾ ਹੈ। ਪਰ ਗੁਰਮਤਿ ਦਾ ਸਿਧਾਂਤ ਫਿਲਾਸਫੀ ਜਿਹੜੀ ਹੈ ਉਹ ਇਸ ਤੋਂ ਫਰਕ ਹੈ। ਇੱਥੇ ਕਰਮਾਂ ਦੇ ਫਲ ਦੀ ਗੱਲ ਕੀਤੀ ਜ਼ਰੂਰ ਗਈ ਹੈ। ਆਪੇ ਬੀਜ ਆਪੇ ਹੀ ਖਾਓ ਅਸੀਂ ਜਪਜੀ ਦੀ ਬਾਣੀ 'ਚ ਰੋਜ਼ ਪੜ੍ਹਦੇ ਹਾਂ। ਹੋਰ ਜਗ੍ਹਾ ਦੇ ਉੱਤੇ ਵੀ ਗੁਰਬਾਣੀ ਦੇ ਅੰਦਰ ਐਸੀਆਂ ਪੰਕਤੀਆਂ ਆਉਂਦੀਆਂ ਨੇ ਜਿਹਦੇ ਅੰਦਰ ਕਿਹਾ ਜਾਂਦਾ ਹੈ ਕਿ ਜੋ ਕਰਮ ਤੁਸੀਂ ਕਰਦੇ ਹੋ ਉਹਦਾ ਫਲ ਵੀ ਤੁਹਾਨੂੰ ਹੀ ਭੁਗਤਣਾ ਪੈਂਦਾ ਹੈ। ਪਰ ਕਰਮ ਫਿਲਾਸਫੀ ਦੇ ਨਾਲ ਗੁਰਮਤਿ ਦੇ ਅੰਦਰ ਨਾਮ ਫਿਲਾਸਫੀ ਦੇ ਉੱਤੇ ਵੀ ਸਟ੍ਰੈਸ ਦਿੱਤਾ ਗਿਆ ਹੈ ਔਰ ਇਹ ਗੱਲ ਦ੍ਰਿੜ ਕਰਵਾਈ ਗਈ ਹੈ ਕਿ ਪ੍ਰਭੂ ਦਾ ਨਾਮ ਅਨੇਕਾਂ ਪਾਪਾਂ ਨੂੰ ਨਾਸ਼ ਕਰਨ ਦੇ ਸਮਰੱਥ ਹੈ। ਔਰ ਉਸ ਗੱਲ ਨੂੰ ਹੀ ਇਸ ਸ਼ਬਦ ਦੇ ਅੰਦਰ ਵੀ ਸਮਝਾਇਆ ਗਿਆ ਹੈ ਔਰ ਮਿਸਾਲ ਗੁਰੂ ਸਾਹਿਬ ਨੇ ਉਹ ਦਿੱਤੀ ਹੈ ਕਿ ਭਈ ਇਹ ਚੀਜ਼ ਤਾਂ ਤੁਸੀਂ ਆਮ ਦੁਨੀਆ 'ਚ ਸਭ ਨੇ ਦੇਖੀ ਹੀ ਹੋਏਗੀ ਕਿ ਲੱਖਾਂ ਮਨ ਲੱਕੜ ਦਾ ਢੇਰ ਵੀ ਹੋਵੇ ਤੇ ਜੇ ਉਹਨੂੰ ਜ਼ਰਾ ਜਿੰਨੀ ਅੱਗ ਲੱਗ ਜਾਵੇ ਤਾਂ ਬਾਕੀ ਕਿਉਂਕਿ ਲੱਕੜ ਹੁਣ ਕੰਬਸਟੇਬਲ ਸਬਸਟੈਂਸ ਹੈ ਤਾਂ ਉਹ ਅੱਗ ਜਿਹੜੀ ਹੈ ਇੱਕ ਲੱਕੜ ਤੋਂ ਦੂਜੀ ਨੂੰ ਦੂਜੀ ਤੋਂ ਅੱਗੇ ਫਿਰ ਵੱਧਦੀ ਸਾਰਾ ਲੱਕੜਾਂ ਦਾ ਢੇਰ ਜਿਹੜਾ ਹੈ ਉਹ ਅੱਗ ਕੈਚ ਕਰ ਲਏਗਾ ਤੇ ਉਹ ਸਾਰੀਆਂ ਲੱਕੜਾਂ ਸੜ ਕੇ ਸੁਆਹ ਹੋ ਜਾਣਗੀਆਂ। ਉਹ ਇਹ ਮਿਸਾਲ ਵਰਤ ਕੇ ਗੁਰੂ ਸਾਹਿਬ ਨੇ ਜੋ ਮੈਸੇਜ ਦੇਣਾ ਚਾਹਿਆ ਹੈ ਉਹ यही है कि प्रभु के नाम के अंदर ऐसी बरकत है ऐसी समर्था है कि जन्मां जन्मांतरां दे पापां दे जो संस्कार इंसान अपने नाल लैके आया होया है जो उसके अंदर संचित हैं जिन्हां संस्कारां दे अधीन अगों उहदा सुभाव पक्का होया होया है वो सारे संस्कारां दा पिछले कीते पापां दा असर मिट सकता है प्रभु के नाम द्वारा। और ये किवें है इस नूं इस शब्द के अंदर गुरु साहब अगे खोलणगे। तो ये है राव का जो मेन मुख भाव जो इस शब्द का। तो पहले पदे के अंदर हुण गुरु साहब गल करते हैं कि दीवा मेरा एक नाम दुख विच पाया तेल उन चानन ओ सोखिया चुका जम स्यों मेल। इस पदे का अर्थ करन तो पहला थोड़े जिहा इस शब्द की बैकग्राउंड वाले पासे भी थोड़ी गलबात कर लीए। जिवें सतबाणी की विचार करदिआं असीं जिक्र कीता सी कि हिंदू मत के अंदर ये जो ब्राह्मणी मर्यादा सिक्ख्या के अनुसार जो कर्म कांडां के जो संस्कार ने जो उन्हां दे अंदर रिवाज ने उहदे मुताबक जदों कोई प्राणी मरन लगदा है तां उहनूं पहलां ते मंजे तो हेठां लम्मा पा दिंदे हन फिर ਉਹਦੇ ਹੱਥ ਦੀ ਤਲੀ ਦੇ ਉੱਤੇ ਆਟੇ ਦਾ ਦੀਵਾ ਰੱਖ ਕੇ ਜਗਾ ਦਿੰਦੇ ਨੇ
ਤਾਂ ਕਿ ਜਿਹੜਾ ਅੱਗੋਂ ਉਹਨੇ ਮਰਨ ਤੋਂ ਬਾਅਦ ਦਾ ਸਫ਼ਰ ਹੈ, ਜਿਸ ਰਸਤੇ ਤੇ ਉਹਦੀ ਆਤਮਾ ਨੇ ਜਾਣਾ ਹੈ, ਇਹ ਦੀਵਾ ਉਹਦੇ ਰਾਹ ਦੇ ਵਿੱਚ ਚਾਨਣ ਕਰੇਗਾ। ਬੜਾ ਹੀ ਹਾਸੋਹੀਣਾ ਜਿਹਾ ਇਹ ਭਰੋਸਾ ਹੈ, ਵਿਸ਼ਵਾਸ ਹੈ ਉਹਨਾਂ ਦਾ, ਪਰ ਜੋ ਉਹਨਾਂ ਨੂੰ ਪੰਡਿਤ ਕਹਿੰਦਾ ਹੈ ਉਹ ਉਸ ਨੂੰ ਮੰਨ ਲੈਂਦੇ ਹਨ। ਇਹ ਤਾਂ ਸੋਚਣ ਦੀ ਗੱਲ ਹੈ ਕਿ ਜਿਸ ਸਫ਼ਰ ਤੇ ਆਤਮਾ ਨੇ ਜਾਣਾ ਹੈ, ਉੱਥੇ ਤਾਂ ਸਰੀਰ ਨਹੀਂ ਜਾਂਦਾ, ਤੇ ਹੱਥ ਦੀ ਸਰੀਰ ਦੀ ਤਲੀ ਦੇ ਉੱਤੇ ਰੱਖਿਆ ਹੋਇਆ ਦੀਵੇ ਦਾ ਚਾਨਣ ਉਹ ਕਿਵੇਂ ਨਾਲ ਚਲਾ ਜਾਏਗਾ। ਫਿਜ਼ੀਕਲ ਸਥੂਲ ਬਾਡੀ ਹੈ, ਉਹਨੇ ਅੱਗੇ ਨਾਲ ਨਹੀਂ ਜਾਣਾ ਹੁੰਦਾ। ਤੇ ਫਿਜ਼ੀਕਲੀ ਦੀਵਾ ਹੈ, ਮਿੱਟੀ ਦਾ ਬਣਿਆ ਹੋਇਆ, ਉਹਦੇ ਅੰਦਰ ਫਿਜ਼ੀਕਲੀ ਤੇਲ ਪਿਆ ਹੋਇਆ ਹੈ, ਫਿਜ਼ੀਕਲ ਰੂਹ ਦੀ ਪੱਟੀ ਹੈ, ਜਿਹਦੇ ਤੋਂ ਚਾਨਣ ਹੋ ਰਿਹਾ ਹੈ, ਬਣ ਰਿਹਾ ਹੈ। ਉਹ ਚਾਨਣ ਕਿਵੇਂ ਅੱਗੇ ਮਾਈਗ੍ਰੇਟ ਕਰ ਜਾਏਗਾ, ਕਿਵੇਂ ਅੱਗੇ ਜਾਏਗਾ, ਇਸ ਦੇ ਉੱਤੇ ਕਿਸੇ ਨੇ ਸ਼ਾਇਦ ਵਿਚਾਰ ਕੀਤੀ ਨਹੀਂ ਲੱਗਦੀ, ਪਰ ਉਹਨਾਂ ਨੂੰ ਇਹ ਸਮਝਾਇਆ ਜਾਂਦਾ ਹੈ, ਪਰ ਲੋਕ ਉਸ ਦੀ ਗੱਲ ਨੂੰ ਮੰਨ ਕੇ ਇਹ ਰਸਮ ਕਰਦੇ ਆ ਰਹੇ ਹਨ। ਫਿਰ ਮਰਨ ਤੋਂ ਬਾਅਦ ਜਵਾਂ ਜਾਂ ਚੌਲਾਂ ਦੇ ਆਟੇ ਦੇ ਪੇੜੇ ਬਣਾ ਕੇ ਪੱਥਰਾਂ ਦੀ ਥਾਲੀ ਪੱਤਲ ਦੇ ਉੱਤੇ ਰੱਖ ਕੇ ਮਨਸੇ ਜਾਂਦੇ ਹਨ ਕਿ ਇਹ ਜਿਹੜੇ ਹੈ ਅੱਗੇ ਉਹ ਜਿਹੜੀ ਆਤਮਾ ਹੁਣ ਚਲੀ ਗਈ ਹੈ, ਉਹਨੂੰ ਇਹ ਖੁਰਾਕ ਪ੍ਰੋਵਾਈਡ ਕਰੇਗੀ। ਫਿਰ ਸੋਚਣ ਵਾਲੀ ਗੱਲ ਹੈ ਕਿ ਇਹ ਸਾਰੀਆਂ ਸਥੂਲ ਚੀਜ਼ਾਂ ਨੇ, ਤੇ ਆਤਮਾ ਨੂੰ ਇਸ ਖੁਰਾਕ ਦੀ ਲੋੜ ਨਹੀਂ ਹੁੰਦੀ। ਜਿਹੜੀ ਅਸੀਂ ਖੁਰਾਕ ਖਾਂਦੇ ਹਾਂ ਉਹ ਸਰੀਰ ਦੀ ਸੰਭਾਲ ਵਾਸਤੇ ਹੁੰਦੀ ਹੈ, ਸਰੀਰ ਨੂੰ ਚਾਲੂ ਰੱਖਣ ਵਾਸਤੇ ਹੁੰਦੀ ਹੈ, ਉਹਨੂੰ એનર્ਜੀ ਪ੍ਰੋਵਾਈਡ ਕਰਦੀ ਹੈ। ਆਤਮਾ ਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਹੁੰਦੀ। ਤੇ ਇਹ ਸਥੂਲ ਚੀਜ਼ਾਂ ਵੀ ਉਸ ਸਫ਼ਰ ਤੇ ਕਿਵੇਂ ਜਾਣਗੀਆਂ ਜਿਸ ਸਫ਼ਰ ਤੇ ਆਤਮਾ ਨੇ ਜਾਣਾ ਹੁੰਦਾ ਹੈ। ਪਰ ਲੇਕਿਨ ਉਹਨਾਂ ਦੇ ਪ੍ਰਚਲਿਤ ਵਿਸ਼ਵਾਸ ਨੇ, ਉਹ ਇਹ ਕਰਦੇ ਰਹਿੰਦੇ ਹਨ। ਫਿਰ ਇਹ 13 ਦਿਨ ਬਾਅਦ ਕਿਰਿਆ ਕੀਤੀ ਜਾਂਦੀ ਹੈ। ਕਿਰਿਆ ਕਰਾਉਣ ਵਾਲਾ ਬ੍ਰਾਹਮਣ ਵੇਦ ਮੰਤਰ ਪੜ੍ਹਦਾ ਹੈ। ਮਰੇ ਪ੍ਰਾਣੀ ਦੇ ਨਿਮਿਤ ਜੋ ਵੀ ਉਹਨਾਂ ਦੇ ਹੋਰ ਰਸਮੋ ਰਿਵਾਜ ਨੇ, ਕਰਮ ਕਾਂਡ ਨੇ, ਕੀਤੇ ਜਾਂਦੇ ਨੇ। ਫਿਰ 360 ਦੀਵੇ ਤੇ ਇੰਨੀਆਂ ਹੀ ਰੂਹ ਦੀਆਂ ਵੱਟੀਆਂ ਅਤੇ ਉਹਨਾਂ ਦੀਵਿਆਂ ਵਾਸਤੇ ਤੇਲ ਵੀ ਦੇ ਕੇ ਉਹ ਬ੍ਰਾਹਮਣ ਨੂੰ ਦਾਨ ਕੀਤਾ ਜਾਂਦਾ ਹੈ ਕਿ ਇਹ 360 ਦੀਵੇ ਜਿਹੜੇ ਨੇ ਇੱਕ ਇੱਕ ਦਿਨ ਦਾ ਚਾਨਣ ਪ੍ਰੋਵਾਈਡ ਕਰਦੇ ਰਹਿਣਗੇ। ਇਹ ਕਿਹੜਾ ਆਟੋਮੈਟਿਕ ਪ੍ਰੋਸੈਸ ਹੈ ਜਿਹਦੇ ਵਿੱਚ ਸਾਰੇ ਜਿਹੜੇ 360 ਦੀਵੇ ਨੇ ਆਟੋਮੈਟਿਕਲੀ ਇੱਕ ਇੱਕ ਦਿਨ ਦੇ ਬਾਅਦ ਜਗਦੇ ਰਹਿਣਗੇ ਤੇ ਇੱਕ ਇੱਕ ਦਿਨ ਦਾ ਉਹ ਚਾਨਣ ਪ੍ਰੋਵਾਈਡ ਕਰਦੇ ਰਹਿਣਗੇ। ਤੇ ਕਿਵੇਂ ਉਹਨਾਂ ਨੇ ਮੇਜਰ ਕਰ ਲਿੱਤਾ ਹੈ ਕਿ ਕਿੰਨਾ ਤੇਲ ਹੈ ਜਿਹੜਾ ਇੱਕ 24 ਘੰਟੇ ਵਾਸਤੇ ਚਾਨਣ ਦਿੰਦਾ ਰਹੇਗਾ। ਫਿਰ ਕਿਰਿਆ ਤੋਂ ਪਹਿਲਾਂ ਵੀ ਇੱਕ ਰਸਮ ਹੁੰਦੀ ਹੈ ਇਹਨਾਂ ਦੀ ਕਿ ਚੌਥੇ ਵਾਲੇ ਦਿਨ ਜੋ ਮ੍ਰਿਤਕ ਪ੍ਰਾਣੀ ਦਾ ਸੰਸਕਾਰ ਕੀਤਾ ਹੁੰਦਾ ਹੈ ਉਹਦੇ ਵਿੱਚੋਂ ਹੱਡੀਆਂ ਵੱਖਰੀਆਂ ਚੁਣ ਲਈਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਉਹ ਫੁੱਲ ਕਹਿੰਦੇ ਨੇ। ਇਹ ਫੁੱਲ ਜਿਹੜੇ ਨੇ ਉਹ ਜਾ ਕੇ ਹਰਿਦੁਆਰ ਦੇ ਵਿੱਚ ਗੰਗਾ 'ਚ ਪ੍ਰਵਾਹ ਕੀਤੇ ਜਾਂਦੇ ਨੇ। ਔਰ ਇਹ ਕੰਮ ਜਿਹੜਾ ਹੈ ਇਹ ਕਿਰਿਆ ਤੋਂ ਪਹਿਲੇ ਹੀ ਖਤਮ ਕਰਨਾ ਹੁੰਦਾ ਹੈ, ਇਹ ਉਹਨਾਂ ਦਾ ਵਿਸ਼ਵਾਸ ਹੈ। ਸੋ ਔਰ ਜਿਸ ਪ੍ਰਾਣੀ ਦੇ ਮਰਨ ਲੱਗਿਆ ਜਿਹਦੇ ਹੱਥ ਦੇ ਉੱਤੇ ਦੀਵਾ ਨਹੀਂ ਰੱਖਿਆ ਜਾ ਸਕਦਾ ਜਾਂ ਜਿਹੜਾ ਮੰਜੇ ਦੇ ਉੱਤੇ ਹੀ ਮਰ ਜਾਂਦਾ ਹੈ, ਉਹ ਸਮਝੋ ਇੱਕ ਉਹਦੇ ਕੋਲ ਕੁਤਾਹੀ ਹੋ ਜਾਂਦੀ ਹੈ ਉਹਦੇ ਪਰਿਵਾਰ ਵਾਲਿਆਂ ਵੱਲੋਂ, ਤੇ ਉਸ ਨੂੰ ਉਸਦੀ ਪੈਨਲਟੀ ਦੇ ਵਜੋਂ ਉਹਨਾਂ ਨੂੰ ਗਿਆ ਜਾ ਕੇ ਤੇ ਪਿੰਡ ਭਰਾਉਣ ਦੀ ਜਿਹੜੀ ਮਰਿਆਦਾ ਹੈ ਉਹ ਪੂਰੀ ਕਰਨੀ ਪੈਂਦੀ ਹੈ। ਤੋ ਇਹ ਇਤਿਹਾਸ ਦੇ ਵਿੱਚ ਜਨਮ ਸਾਖੀਆਂ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਜਦੋਂ ਆਪਣੇ ਪ੍ਰਚਾਰਕ ਦੌਰਿਆਂ ਦੇ ਦੌਰਾਨ ਗਿਆ ਪਹੁੰਚੇ ਤਾਂ ਉੱਥੇ ਅਨੇਕਾਂ ਹੀ ਲੋਕ ਇਸ ਤਰ੍ਹਾਂ ਪਿੰਡ ਭਰਾਉਣ ਵਾਸਤੇ ਆਏ ਹੋਏ ਸਨ। ਤੇ ਉਸ ਕੰਟੈਕਸਟ ਦੇ ਵਿੱਚ ਲੋਕਾਂ ਦੇ ਨਾਲ ਉਹਨਾਂ ਦਾ ਵਿਚਾਰ ਵਟਾਂਦਰਾ ਹੋਇਆ ਤੇ ਉਸ ਮੌਕੇ ਦੇ ਉੱਤੇ ਇਹ ਸ਼ਬਦ ਜਿਹੜਾ ਸੀ ਗੁਰੂ ਨਾਨਕ ਪਾਤਸ਼ਾਹ ਨੇ ਉਚਾਰਨ ਕੀਤਾ। ਤੇ ਜਿਹੜਾ ਉਹਨਾਂ ਦਾ ਇਹ ਜੋ ਵਹਿਮ ਸੀਗਾ, ਭਰਮ ਸੀ, ਇਹ ਦੀਵੇ ਜਿਹੜੇ 360 ਨੇ, ਇਹ ਦੀਵੇ ਇੱਕ ਇੱਕ ਦਿਨ ਦਾ ਚਾਨਣ ਮਰੇ ਹੋਏ ਪ੍ਰਾਣੀ ਨੂੰ ਪ੍ਰੋਵਾਈਡ ਕਰਦੇ ਰਹਿਣਗੇ ਤਾਂ ਉਹਦੀ ਜਿਹੜੀ ਯਾਤਰਾ ਹੈ ਆਤਮਾ ਦੀ ਉਹ ਪੂਰੀ ਹੋਏਗੀ। ਗੁਰੂ ਸਾਹਿਬ ਨੇ ਉਸ ਗੱਲ ਨੂੰ ਕੰਡੈਮ ਕੀਤਾ ਤੇ ਪ੍ਰਭੂ ਦੇ ਨਾਮ ਦੇ ਨਾਲ ਜੁੜਨ ਦੀ ਗੱਲ ਨੂੰ ਹੀ ਦੀਵੇ ਦੀ ਮਿਸਾਲ ਵਰਤ ਕੇ ਜਿਹੜਾ ਤੇਲ ਉਹ ਪਾਉਂਦੇ ਹਨ ਉਸ ਦਾ ਰੈਫਰੈਂਸ ਦੇ ਕੇ ਗੱਲ ਉਹਨਾਂ ਨੇ ਸਮਝਾਈ ਕਿ ਮਨੁੱਖਾ ਜੀਵਨ ਦੇ ਅੰਦਰ ਪ੍ਰਭੂ ਦਾ ਨਾਮ ਹੀ ਹੈ ਜੋ ਆਤਮਿਕ ਗਿਆਨ ਬਖਸ਼ਿਸ਼ ਕਰਦਾ ਹੈ। ਹੋਰ ਦੂਜੇ ਕੀਤੇ ਹੋਏ ਕਰਮ ਕਾਂਡ ਕੋਈ ਕਿਸੇ ਦਾ ਕੁਝ ਨਹੀਂ ਸਵਾਰ ਸਕਦੇ ਤੇ ਮਰਨ ਤੋਂ ਪਿੱਛੋਂ ਤਾਂ ਬਿਲਕੁਲ ਵੀ ਕੁਝ ਨਹੀਂ ਸਵਾਰ ਸਕਦੇ। ਸੋ ਉਸ ਦੀਵੇ ਦੀ ਰਸਮ ਦਾ ਨੂੰ ਵੀ ਮਿਸਾਲ ਵਰਤਦੇ ਹੋਇਆ ਗੁਰੂ ਸਾਹਿਬ ਇਸ ਪਹਿਲੇ ਪਦੇ 'ਚ ਫਰਮਾ ਰਹੇ ਹਨ ਕਿ ਦੀਵਾ ਮੇਰਾ
एक नाम मेरे वास्ते, मेरा दीवा केड़ा है? एक प्रभु दा नाम, परमात्मा दा नाम ही जो है मेरे वास्ते दीवा है, जो मैनू मेरी जिंदगी दे अंदर मेरी आत्मा नू ज्ञान दी रोशनी दिंदा है। और इस दीवे दे अंदर जिहड़ा है दुखां दा तेल पाया होया है। तो ज्यों-ज्यों ਉਹ ਦੁੱਖਾਂ ਦੇ ਜਿਉਂ-ਜਿਉਂ ਪ੍ਰਭੂ ਦਾ ਮੈਂ ਨਾਮ ਲੈਂਦਾ ਹਾਂ ਕਿ ਦੁੱਖਾਂ ਦਾ ਤੇਲ ਜਿਹੜਾ ਹੈ ਉਹ ਸੜਦਾ ਹੈ। ਉਸ ਦੇ ਨਾਲ ਇਹ ਜੋ ਚਾਨਣ, ਗਿਆਨ ਰੂਪੀ ਚਾਨਣ ਜਿਹੜਾ ਹੈ ਉਹ ਇਸ ਜਗਤ ਦੇ ਅੰਦਰ ਪ੍ਰਗਟ ਹੁੰਦਾ ਹੈ ਤੇ ਜਿਹੜੇ ਮੇਰੇ ਪੁਰਾਣੇ ਕੀਤੇ ਹੋਏ ਕਰਮਾਂ ਦੇ ਸੰਸਕਾਰਾਂ ਦਾ ਜੋ ਮੈਂ ਦੁੱਖ ਭੋਗਨੇ ਸਨ, ਉਹ ਦੁੱਖ ਜਿਹੜੇ ਹਨ ਉਹ ਇਸ ਗਿਆਨ ਦੇ ਆਤਮਿਕ ਚਾਨਣ ਦੇ ਨਾਲ ਉਹ ਬਲਦੇ ਜਾਂਦੇ ਹਨ। ਤੇ ਫਿਰ ਜੰਮ ਦੇ ਨਾਲ ਜਿਹੜਾ ਮੇਰਾ ਮੇਲ ਦਾ ਜੋ ਮੈਨੂੰ ਡਰ ਸੀਗਾ, ਜੋ ਪਿਛਲੇ ਸੰਸਕਾਰਾਂ ਦੇ ਕਰਕੇ ਜੋ ਮੈਨੂੰ ਜਮਦੂਤ ਨਾਲ ਮੇਰਾ ਮੇਲ ਹੋਣਾ ਸੀਗਾ, ਉਹ ਵੀ ਖਤਮ ਹੋ ਜਾਂਦਾ ਹੈ। ਤੋ ਇਹ ਐਸਾ ਦੀਵਾ ਹੈ ਜਿਹਦੇ ਅੰਦਰ ਤੇਲ ਦੇ ਰੂਪ ਵਿੱਚ ਦੁੱਖ ਖਤਮ ਹੁੰਦੇ ਹਨ ਤੇ ਜਿਉਂ-ਜਿਉਂ ਦੁੱਖ ਮੁੱਕਦੇ ਜਾਂਦੇ ਹਨ, ਉਹ ਚਾਨਣ ਦੇ ਨਾਲ-ਨਾਲ ਉਹ ਤੇਲ ਵੀ ਘਟਦਾ ਜਾਂਦਾ ਹੈ, ਸੜਦਾ ਜਾਂਦਾ ਹੈ ਤੇ ਜਿਉਂ-ਜਿਉਂ ਤੇਲ ਸੜਦਾ ਹੈ, ਮਾਨੋ ਮੇਰੇ ਜੀਵਨ ਦੇ ਅੰਦਰੋਂ ਦੁੱਖ ਮੁੱਕਦੇ ਜਾਂਦੇ ਹਨ। ਤੇ ਜਿਹੜਾ ਮੇਰਾ ਮੌਤ ਤੋਂ ਬਾਅਦ ਜੰਮ ਦੇ ਨਾਲ ਮੇਲ ਹੋਣਾ ਸੀਗਾ, ਉਹ ਵੀ ਵਜ੍ਹਾ ਖਤਮ ਹੋ ਜਾਂਦੀ ਹੈ ਕਿਉਂਕਿ ਮੇਰੇ ਮਨ ਦੇ ਉੱਤੋਂ ਜਿਹੜੇ ਪੁਰਾਣੇ ਸੰਸਕਾਰਾਂ ਦਾ ਜੋ ਅਸਰ ਹੈ, ਉਹ ਮਿਟ ਜਾਂਦਾ ਹੈ। ਕੋਈ ਇਨਸਾਨ ਗਲਤ ਕੰਮ ਕਿਵੇਂ ਕਰਦਾ ਹੈ? ਜੋ ਉਹਦੇ ਅੰਦਰ ਮਨ ਦੇ ਅੰਦਰ ਸੰਸਕਾਰ ਹੁੰਦੇ ਹਨ, ਪਹਿਲਾਂ ਮਨ ਦੇ ਵਿੱਚ ਉਹਦੇ ਮੁਤਾਬਕ ਵਿਚਾਰ ਪੈਦਾ ਹੁੰਦੇ ਹਨ। ਜਿਹੋ ਜਿਹਾ ਵਿਚਾਰ ਪੈਦਾ ਹੁੰਦਾ ਹੈ, ਉਹ ਜਿਹਾ ਹੀ ਉਸਦਾ ਕਰਮ ਬਣ ਜਾਂਦਾ ਹੈ, ਉਹ ਜਿਹਾ ਐਕਸ਼ਨ ਹੋ ਜਾਂਦਾ ਹੈ। ਸੋ ਜੇ ਪੁਰਾਣੇ ਸੰਸਕਾਰ ਮਾੜੇ ਆਏ ਹੋਏ ਹਨ, ਤਾਂ ਉਹਨਾਂ ਦੇ ਫਲਸਰੂਪ ਮਾੜੇ ਵਿਚਾਰ ਮਨ ਦੇ ਅੰਦਰ ਪੈਦਾ ਹੋਣਗੇ। ਮਾੜੇ ਵਿਚਾਰ ਮਾੜੇ ਕਰਮਾਂ ਨੂੰ, ਮਾੜੇ ਐਕਸ਼ਨਸ ਨੂੰ ਜਨਮ ਦਿੰਦੇ ਹਨ ਤੇ ਉਹਨਾਂ ਦਾ ਅੱਗੋਂ ਫਿਰ ਮਾੜਾ ਹੀ ਫਲ ਨਿਕਲਦਾ ਹੈ। ਉਸ ਮਾੜੇ ਫਲ ਦਾ ਅਸਰ ਇਹ ਹੁੰਦਾ ਹੈ ਕਿ ਇਨਸਾਨ ਜਮਾਂ ਦੇ ਵਸ ਪੈਂਦਾ ਹੈ। ਪਰ ਅਗਰ ਪ੍ਰਭੂ ਦਾ ਨਾਮ ਮਨ ਦੇ ਅੰਦਰੋਂ ਉਹ ਮਾੜੇ ਸੰਸਕਾਰਾਂ ਨੂੰ ਹੀ ਖਤਮ ਕਰ ਦੇਵੇ, ਉਹ ਸੰਸਕਾਰ ਜੋ ਪਿਛਲੇ ਇਕੱਠੇ ਹੋਏ ਮਾੜੇ ਸੰਸਕਾਰ ਸਨ, ਉਹਨਾਂ ਦੀ ਥਾਂ ਦੇ ਉੱਤੇ ਪ੍ਰਭੂ ਦੇ ਗੁਣਾਂ ਦੇ ਨਾਲ ਮਨ ਦੀ ਸਾਂਝ ਪਾ ਦੇਵੇ, ਮਨ ਦੇ ਅੰਦਰ ਪ੍ਰਭੂ ਦੇ ਗੁਣ ਟਿਕ ਜਾਣ, ਤਾਂ ਗੁਣ ਆਣਗੇ ਤਾਂ ਔਗਣ ਮਿਟਦੇ ਜਾਣਗੇ। ਜਿਉਂ-ਜਿਉਂ ਪ੍ਰਭੂ ਦੇ ਨਾਮ ਦੇ ਨਾਲ ਇਨਸਾਨ ਜੁੜਦਾ ਹੈ, ਉਹਦੇ ਅੰਦਰ ਪ੍ਰਭੂ ਵਾਲੇ ਗੁਣ ਆਉਂਦੇ ਜਾਂਦੇ ਹਨ, ਉਹਦੇ ਅੰਦਰ ਪ੍ਰਭੂ ਦੇ ਗੁਣ ਟਿਕ ਜਾਂਦੇ ਹਨ। ਜਿਉਂ-ਜਿਉਂ ਮਨ ਦੇ ਅੰਦਰ ਗੁਣ ਟਿਕਦੇ ਹਨ, ਔਗਣਾਂ ਦਾ ਨਾਸ਼ ਹੋਈ ਜਾਂਦਾ ਹੈ। ਤੇ ਜਦੋਂ ਹੁਣ ਅੰਦਰ ਪ੍ਰਮਾਤਮਾ ਵਾਲੇ ਗੁਣ ਟਿਕ ਗਏ, ਔਗਣ ਖਤਮ ਹੋ ਗਏ, ਤਾਂ ਫਿਰ ਮਾੜੇ ਵਿਚਾਰ ਪੈਦਾ ਹੀ ਨਹੀਂ ਹੋਣਗੇ। ਨਾ ਮਾੜੇ ਵਿਚਾਰ ਪੈਦਾ ਹੋਣਗੇ, ਨਾ ਮਾੜੇ ਕਰਮ ਹੋਣਗੇ ਤੇ ਨਾ ਹੀ ਉਹਨਾਂ ਦਾ ਫਿਰ ਮਾੜਾ ਫਲ ਭੁਗਤਣਾ ਪਵੇਗਾ। ਤੋ ਇਹ ਪ੍ਰਭੂ ਦਾ ਨਾਮ ਹੀ ਐਸਾ ਸ਼ਕਤੀਸ਼ਾਲੀ ਇੱਕ ਸਾਧਨ ਹੈ, ਜਿਹੜਾ ਪਿਛਲੇ ਸੰਸਕਾਰਾਂ ਨੂੰ ਵੀ ਖਤਮ ਕਰ ਦਿੰਦਾ ਹੈ ਤੇ ਮਨ ਦੇ ਅੰਦਰ ਭੈੜੇ ਵਿਚਾਰ ਪੈਦਾ ਹੋਣੇ ਹੀ ਖਤਮ ਹੋ ਜਾਂਦੇ ਹਨ। ਤੋ ਉਹ ਮਿਸਾਲ ਗੁਰੂ ਸਾਹਿਬ ਨੇ ਉਹ ਦੀਵੇ ਦੀ ਲਈ ਹੈ ਕਿ ਇਹ ਇੱਕ ਐਸਾ ਦੀਵਾ ਹੈ ਜਿਹਦੇ ਅੰਦਰ ਦੁੱਖਾਂ ਦਾ ਤੇਲ ਬਲਦਾ ਹੈ ਤੇ ਆਤਮਿਕ ਚਾਨਣ ਪੈਦਾ ਹੁੰਦਾ ਹੈ। ਔਰ ਉਸ ਆਤਮਿਕ ਚਾਨਣ ਦਾ ਸਦਕਾ ਮੇਰਾ ਜੋ ਜੰਮ ਦੇ ਨਾਲ ਮਿਲਣ ਦਾ ਜੋ ਵਜ੍ਹਾ ਸੀ, ਉਹ ਵਜ੍ਹਾ ਵੀ ਖਤਮ ਹੋ ਜਾਂਦੀ ਹੈ। ਤੋ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਹਨ ਕਿ ਇਹ ਦੁਨਿਆਵੀ ਦੀਵੇ ਜਿਹੜੇ ਹਨ, ਵਿਖਾਵੇ ਵਾਲੇ ਜਾਂ ਪੰਡਤ ਦੇ ਦੱਸੇ ਹੋਏ ਜਿਹੜੇ ਹਨ, ਉਹਨਾਂ ਦੇ ਨਾਲ ਤੁਹਾਨੂੰ ਕੀਤਾ ਹੋਇਆ ਕੋਈ ਕਰਮ ਮਰੇ ਪ੍ਰਾਣੀ ਨੂੰ ਕੋਈ ਲਾਭ ਨਹੀਂ ਪਹੁੰਚਾ ਸਕਦਾ। ਇਹ ਨਾਮ ਦਾ ਦੀਵਾ ਹੀ ਐਸਾ ਹੈ ਜਿਹੜਾ ਇਸ ਜਨਮ ਵਿੱਚ ਵੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਹਾਡਾ ਸਹਾਈ ਹੋਏਗਾ, ਤੁਹਾਨੂੰ ਆਤਮਿਕ ਗਿਆਨ ਬਖਸ਼ਿਸ਼ ਕਰੇਗਾ। ਇਸ ਲਈ ਪ੍ਰਭੂ ਦੇ ਨਾਮ ਦੇ ਨਾਲ ਹੀ ਜੁੜਨਾ ਚਾਹੀਦਾ ਹੈ। ਗੁਰਬਾਣੀ ਦੇ ਅੰਦਰ ਵੈਸੇ ਭਗਤ ਤ੍ਰਿਲੋਚਨ ਜੀ ਦਾ ਇੱਕ ਸ਼ਬਦ ਆਉਂਦਾ ਹੈ, ਜਿਹਦੀ ਪਹਿਲੀ ਪੰਕਤੀ ਹੈ, ਨਾਰਾਇਣ ਨਿੰਦਸ ਖਾਏ ਭੂਲੀ ਗਵਾਰੀ, ਦੁਕ੍ਰਿਤ ਸੁਕ੍ਰਿਤ ਥਾਰੋ ਕਰਮਰੀ। ਉਸ ਸ਼ਬਦ ਦੇ ਅੰਦਰ ਭਗਤ ਤ੍ਰਿਲੋਚਨ ਜੀ ਨੇ ਕਈ ਸਾਰੀਆਂ ਇਤਿਹਾਸਕ ਪੁਰਾਣਿਕ ਕਹਾਣੀਆਂ ਦਾ ਹਵਾਲਾ ਦੇ ਕੇ ਇਹ ਗੱਲ ਪਹਿਲਾਂ ਸਮਝਾਈ ਹੈ ਕਿ ਬਈ ਪੁਰਾਣੇ ਕੀਤੇ ਕਰਮਾਂ ਦਾ ਫਲ ਤਾਂ ਭੁਗਤਣਾ ਹੀ ਪੈਂਦਾ ਹੈ। ਔਰ ਜਿਹੜੀ ਇਹ ਅਖੀਰਲਾ ਬੰਦ ਹੈ, ਛੇਵਾਂ ਪਦਾ ਜੋ ਆਪ ਜੀ ਦੇ ਸਾਹਮਣੇ ਸਕਰੀਨ ਤੇ ਡਿਸਪਲੇ ਹੋ ਰਿਹਾ ਹੈ, ਜਿਹਦੇ ਵਿੱਚ ਉਹ ਫਿਰ ਇਹ ਗੱਲ ਸਾਰੀ ਮਿਸਾਲਾਂ ਦੇ ਕੇ
ਅਖੀਰ ਦੇ ਉੱਤੇ ਕਹਿੰਦੇ ਹਨ ਕਿ ਬਈ ਇਹ ਤਾਂ ਫੈਕਟ ਹੈ ਕਿ ਪੂਰਬ ਲੋ ਕ੍ਰਿਤ ਕਰਮ ਨਾ ਮਿਟੈ ਰੀ ਕਰ ਗਏ ਹਨ ਤੋਂ ਭਾਵ ਹੈ ਮੇਰੇ ਘਰ ਦੀ ਜਿੰਦੇ ਆਪਣੇ ਮਨ ਨੂੰ ਸਮਝਾ ਰਹੇ ਹਨ ਕਿ ਬਈ ਇਹ ਗੱਲ ਤਾਂ ਸੱਚ ਹੈ ਕਿ ਪੂਰਬਲੇ ਕੀਤੇ ਕਰਮ ਜਿਹੜੇ ਨੇ ਉਹ ਮਿਟਦੇ ਨਹੀਂ ਨੇ, ਪਰ ਉਹਨਾਂ ਦੇ ਸੰਸਕਾਰ, ਉਹਨਾਂ ਦਾ ਅਸਰ ਮਿਟਾਉਣ ਦਾ ਇੱਕ ਤਰੀਕਾ ਹੈ, ਇੱਕ ਤੋੜ ਹੈ ਜਿਹੜਾ ਉਹਨਾਂ ਦੇ ਸੰਸਕਾਰਾਂ ਦਾ ਅਸਰ ਮਿਟਾ ਸਕਦਾ ਹੈ, ਤੇ ਉਹ ਹੈ ਪ੍ਰਭੂ ਦਾ ਨਾਮ। तो अगली पंक्ति के अगले हिस्से च कहते हैं ताचे मोहे जापियले राम चे नाम, क्योंकि मैनू इस गल का पता है कि पूर्वले कीते कर्मां दा असर नहीं मिटता, इस करके मैं राम दा नाम जपदा हाँ, प्रभु दा नाम जपदा हाँ। और अखीरली पंक्ति फिर कहते हैं कि बदत त्रिलोचन राम जी, बदत का मतलब हुंदा है बोलदा है, मुंह तो उच्चारण करता है, इसलिए त्रिलोचन ता राम राम ही कहता है, प्रभु ਨੂੰ ਹੀ ਚੇਤੇ ਕਰਦਾ ਹੈ, ਉਸੇ ਨੂੰ ਹੀ ਸਿਮਰਦਾ ਹੈ। ਉਹ ਇਸ ਸ਼ਬਦ ਦੇ ਅੰਦਰ ਵੀ ਜਿੰਨੀਆਂ ਵੀ ਹਿੰਦੂ ਸਮਾਜ ਦੇ ਅੰਦਰ ਪ੍ਰਚਲਿਤ ਕਹਾਣੀਆਂ ਸਨ, ਸ਼ਿਵ ਜੀ ਦੇ ਮੱਥੇ ਦੇ ਉੱਤੇ ਚੰਦਰਮਾ ਰਹਿੰਦਾ ਹੈ ਪਰ ਔਰ ਗੰਗਾ ਦੇ ਵਿੱਚ ਇਸ਼ਨਾਨ ਕਰਦਾ ਹੈ, ਪਰ ਉਹਦੇ ਬਾਵਜੂਦ ਵੀ ਉਹਦਾ ਕਲੰਕ ਨਹੀਂ ਮਿਟ ਸਕਿਆ, ਜਿਹੜਾ ਕਿ ਉਹਨੇ ਇੰਦਰ ਦੇ ਕੁਕਰਮ ਦੇ ਵਿੱਚ ਸਹਾਇਤਾ ਕਰਨ ਕਰਕੇ, ਜੋ ਉਹਨੇ ਮਾੜਾ ਕਰਮ ਕੀਤਾ ਸੀ ਉਹਦੇ ਕਰਕੇ ਉਹਨੂੰ ਗੌਤਮ ਰਿਸ਼ੀ ਨੇ ਸ਼ਰਾਪ ਦੇ ਦਿੱਤਾ ਸੀ, ਤੇ ਉਹ ਉਹਦਾ ਕਲੰਕ ਅਜੇ ਤੱਕ ਨਹੀਂ ਮਿਟਿਆ। ਇਹ ਉਹਨਾਂ ਦੀ ਕਹਾਣੀ ਹੈ। ਇਸੇ ਤਰ੍ਹਾਂ ਹੀ ਹਨੂਮਾਨ ਦਾ ਵੀ ਉਹਨਾਂ ਨੇ ਇੱਕ ਮਿਸਾਲ ਦਿੱਤੀ ਤੇ ਪੁਰਾਣੇ ਜਨਮ ਦੇ ਵਿੱਚ ਇਹ ਸਾਰੀਆਂ ਜਿਹੜੀਆਂ ਕਹਾਣੀਆਂ ਉਹ ਨੇ ਜਿਹੜੀਆਂ ਹਿੰਦੂ ਧਾਰਮਿਕ ਗ੍ਰੰਥਾਂ ਦੇ ਅੰਦਰ ਪ੍ਰਚਲਿਤ ਨੇ, ਔਰ ਭਾਰਤੀ ਸਮਾਜ ਦੇ ਵਿੱਚ ਲੋਕਾਂ ਨੇ ਬੜੀ ਵਾਰੀ ਸੁਣੀਆਂ ਹੋਈਆਂ ਸਨ, ਔਰ ਉਹ ਮੰਨਦੇ ਵੀ ਸਨ ਇਹਨਾਂ ਕਹਾਣੀਆਂ ਨੂੰ। ਤੇ ਉਹਨਾਂ ਲੋਕਾਂ ਦੀਆਂ ਇਹ ਕਹਾਣੀਆਂ ਜਿਹੜੀਆਂ ਉਹਨਾਂ ਦੇ ਮਨਾਂ 'ਚ ਬੈਠੀਆਂ ਹੋਈਆਂ ਸੀ, ਉਹਨਾਂ ਦੇ ਰੈਫਰੈਂਸ ਦੇ ਦੇ ਕੇ ਹੀ ਭਗਤ ਤ੍ਰਿਲੋਚਨ ਜੀ ਨੇ ਆਪਣੀ ਗੱਲ ਜਿਹੜੀ ਹੈ ਸਪਸ਼ਟ ਕੀਤੀ ਹੈ। ਉਹ ਮਿਸਾਲਾਂ ਦਿੱਤੀਆਂ ਨੇ, ਹਨੂਮਾਨ ਜੀ ਦੀ ਵੀ ਦਿੰਦੇ ਹਨ ਕਿ ਬਈ ਉਹਨਾਂ ਨੇ ਰਾਮਚੰਦਰ ਜੀ ਦੀ ਬੜੀ ਸੇਵਾ ਕੀਤੀ, ਸੰਜੀਵਨੀ ਬੂਟੀ ਵੀ ਲਿਆ ਕੇ ਆਂਦੀ, ਲక్ష్మణ ਨੂੰ ਮੂਰਛਤ ਸੀਗਾ, ਉਹਨੂੰ ਉਹਦੇ ਵਾਸਤੇ ਸੰਜੀਵਨੀ ਬੂਟੀ ਲੈ ਕੇ ਆਏ, ਲੰਕਾ ਦੇ ਵਿੱਚ ਸੀਤਾ ਜੀ ਨੂੰ ਜਾ ਕੇ ਰਾਮ ਜੀ ਦਾ ਸੁਨੇਹਾ ਵੀ ਦੇ ਕੇ ਆਏ, ਉਹਦੀ ਅਸ਼ੋਕ ਵਾਟਿਕਾ ਵੀ ਰਾਵਣ ਦੀ ਉਜਾੜ ਦਿੱਤੀ, ਸਾਰੇ ਕੰਮ ਕੀਤੇ, ਰਾਮਚੰਦਰ ਜੀ ਨੂੰ ਬੜਾ ਖੁਸ਼ ਕੀਤਾ, ਪਰ ਆਪਣੇ ਪਿਛਲੇ ਕੀਤੇ ਹੋਏ ਕਰਮਾਂ ਦੀ ਵਜ੍ਹਾ ਦੇ ਨਾਲ ਉਹਨਾਂ ਨੂੰ ਇਨਾਮ ਵਿੱਚ ਸਿਰਫ ਇੱਕ ਕਛੋਟੀ ਮਿਲੀ, ਹੋਰ ਕੁਝ ਨਹੀਂ ਮਿਲਿਆ। ਇਹ ਉਹਨਾਂ ਦਾ ਪ੍ਰਚਲਿਤ ਵਿਸ਼ਵਾਸ ਸੀ। ਤਾਂ ਇਸ ਤਰ੍ਹਾਂ ਦੀਆਂ ਤਿੰਨ ਚਾਰ ਹੋਰ ਵੀ ਮਿਸਾਲਾਂ ਉਹਨਾਂ ਨੇ ਦਿੱਤੀਆਂ ਹਨ, ਪਰ ਅੰਤ ਵਿੱਚ ਜੋ ਗੱਲ ਸਿਧਾਂਤ ਦੀ ਉਹਨਾਂ ਨੇ ਸਮਝਾਈ ਹੈ ਕਿ ਬਈ ਆਪਣੇ ਆਪ ਜਿੱਦਾਂ ਇਹ ਪੂਰਬਲੇ ਕੀਤੇ ਕਰਮ ਜਿਹੜੇ ਹਨ ਉਹ ਨਹੀਂ ਮਿਟਦੇ, ਉਹਨਾਂ ਦਾ ਅਸਰ ਨਾਲ ਰਹਿੰਦਾ ਹੈ, ਪਰ ਰਾਮ ਦਾ ਨਾਮ ਜਿਹੜਾ ਹੈ, ਪਰਮਾਤਮਾ ਦਾ ਜੋ ਨਾਮ ਹੈ, ਉਹ ਇਹਨਾਂ ਸੰਸਕਾਰਾਂ ਨੂੰ ਨਸ਼ਟ ਕਰ ਦਿੰਦਾ ਹੈ। ਇਸੇ ਲਈ त्रिलोचन जी कहते हैं कि मैं तो परमात्मा की ही ओट लैंदा हाँ। इस शब्द के अंदर जो यह राम वाला जो अखीरले पदे जो नाम आया है, ये अयोध्यापति राम की गल नहीं है, ये अकाल पुरख रमिया होया जो राम है उसकी गल हो रही है। जिथे पहला हनुमान की गल आई है, उत्थे रामचंद्र जिहड़े अयोध्या वाले राजा सन उन्हां दा जिक्र आया सीगा। इत्थे राम जो रमिया होया राम है, परमात्मा है, सर्व व्यापक प्रभु है, उहदा जिक्र भगत त्रिलोचन जी ने किया है। तो गल वही सिद्धांत दी है जो गुरु नानक पातशाह भी अपने इस शब्द के अंदर भी समझा रहे हैं कि प्रभु का नाम जिहड़ा है वो एक ऐसा दीवे का काम करता है जिहदे अंदर पिछले कीते हुए कर्मां दे फल स्वरूप मिलन वाले दुख जिहड़े हैं वो नाश हो जाते हैं अते आत्मक ज्ञान का रूपी चानन मिलता है। तो ये दुख जिहड़े हैं वो सड़ते जाते हैं, जिस करके फिर अगों जम दे नाल मेल भी मुक जाता है, वो भी नहीं करना पैंदा। ਹੁਣ ਜਿਹੜੀਆਂ ਹੋਰ ਜਿਹੜੀਆਂ ਮ੍ਰਿਤਕ ਦੀਆਂ ਸੰਬੰਧਿਤ ਰਸਮਾਂ ਨੇ ਉਹਨਾਂ ਦਾ ਜ਼ਿਕਰ ਅਗਲੇ ਪਦੇ 'ਚ ਕਰਦੇ ਹਨ ਕਿ ਪਿੰਡ ਪੱਤਲ ਮੇਰੀ ਕੇਸ਼ੋ ਕਿਰਿਆ ਸਚ ਨਾਮ ਕਰਤਾਰ, ਇੱਥੇ ਉੱਥੇ ਆਗੇ ਪਾਛੈ ਇਹ ਮੇਰਾ ਆਧਾਰ। ਕਿ ਪਤਲਾਂ ਉੱਤੇ ਪਿੰਡ ਪੁਰਾਣੇ ਮਨਸਲੇ ਜੋ ਵੀ ਉਹ ਪੰਡਤ ਦੀ ਕਿਰਿਆ ਹੁੰਦੀ ਹੈ ਕਿ ਵੀ ਉਹ ਪੰਡਤ ਜੌਵਾਂ ਦੇ ਜਾਂ ਚੌਲਾਂ ਦੇ ਬਣੇ ਹੋਏ ਪਿੰਡ ਜਿਹੜੇ ਸਨ ਪੇੜੇ ਉਹ ਪੱਤਲ ਦੇ ਉੱਤੇ ਰਖਵਾ ਕੇ ਤੇ ਜਿਹੜੇ ਮ੍ਰਿਤਕ ਦੇ हथों मनसवा ले जाते सन भी ये दान हो गए मेरे वालों। वो दान लैना तो पंडित नहीं होंदा है, क्योंकि पंडितां दा काम ही है सिर्फ दान लैना। तो या उन्हां दा काम है कि यज्ञ करने, यज्ञ कराने, या वेद पढ़ने ते वेद पढ़ाने, ये उन्हां दे कर्म ने। पर वो किसी नूं वेदां दी सिक्ख्या डायरैक्टली पढ़ाउण दा ते काम करदे नहीं ने, सिर्फ आप पढ़ के लोकां नूं प्रभावित करदे ने ते लोकां ने इस दे उहदे वजों फिर दान दक्षिणा लैंदे रहिंदे हन। तो ये पिंड भराउण दा काम भी है, ਇਹਦਾ ਦਾਨ ਫਿਰ ਉਹ
ਪੰਡਤ ਹੀ ਲੈਂਦੇ ਹਨ। ਪਰ ਗੁਰੂ ਸਾਹਿਬ ਕਹਿੰਦੇ ਹਨ ਕਿ ਇਹ ਪਿੰਡ ਭਰਾਣੇ ਵੀ ਮੇਰੇ ਵਾਸਤੇ ਕੇਸ਼ੋ ਪਰਮਾਤਮਾ ਦਾ ਨਾਮ ਹੀ ਹੈ। ਜਿਹੜੀ ਕਿਰਿਆ ਦੇ ਰਸਮਾਂ ਉਹ ਕਰਦੇ ਹਨ, ਮੇਰੇ ਵਾਸਤੇ ਕਿਰਿਆ ਵੀ ਸੱਚ ਨਾਮ ਕਰਤਾਰ, ਕਰਤਾਰ ਦਾ ਸੱਚਾ ਨਾਮ ਹੀ ਹੈ। ਜਿਵੇਂ ਸਤਬਾਣੀ ਦੇ ਅੰਦਰ ਵੀ ਆਇਆ ਸੀ ਕਿ ਕੇਸ਼ੋ ਗੋਪਾਲ ਪੰਡਿਤ ਸਦਿਓ, ਹਰ ਹਰ ਕਥਾ ਪੜ੍ਹੇ ਪੁਰਾਣ ਜੀਓ। तो ये सारी शब्दावली ਜਿਹੜੀ ਹਿੰਦੂ ਰਸਮਾਂ ਦੇ ਅੰਦਰ ਪ੍ਰਚਲਿਤ ਹੈ, ਉਹਨੂੰ ਵਰਤ ਕੇ ਗੱਲ ਤੇ ਜੋ ਸਮਝਾਈ ਜਾ ਰਹੀ ਹੈ ਉਹ ਪ੍ਰਭੂ ਦੇ ਨਾਮ ਦੇ ਨਾਲ ਜੁੜਨ ਦੀ ਹੈ, ਪ੍ਰਭੂ ਦੀ ਸਿਫਤ ਸਲਾਹ ਦੇ ਨਾਲ ਜੁੜਨ ਦੀ ਹੈ। ਉੱਥੇ ਵੀ ਲਫ਼ਜ਼ ਕੇਸ਼ੋ ਔਰ ਗੋਪਾਲ ਪਰਮਾਤਮਾ ਵਾਸਤੇ ਆਏ ਸੀ ਤੇ ਹਰ ਹਰ ਕਥਾ ਪੜ੍ਹੇ ਪੁਰਾਣ ਜੀਓ, ਕਿ ਹਰੀ ਦੀ ਕਥਾ, ਹਰੀ ਦਾ ਸਿਫਤ ਰੂਪੀ ਪੁਰਾਣ ਜਿਹੜਾ ਹੈ ਉਹ ਪੜਨਾ, ਕਿ ਗਰੁੜ ਪੁਰਾਣ ਪੜਨ। तो इतने भी गुरु साहब उसे ढंग ਨੂੰ ਕਰਦੇ ਹੋਇਆ ਕਹਿ ਰਹੇ ਹਨ ਕਿ ਪਿੰਡ ਪੱਤਲ ਮੇਰੀ ਕੇਸ਼ੋ, ਕਿ ਪਤਲਾ ਉੱਤੇ ਪਿੰਡ ਭਰਾਣੇ ਮੇਰੇ ਵਾਸਤੇ ਪਰਮਾਤਮਾ ਦਾ ਨਾਮ ਹੈ। ਕਿਰਿਆ ਸੱਚ ਨਾਮ ਕਰਤਾਰ, ਮੇਰੇ ਵਾਸਤੇ ਕਿਰਿਆ ਵੀ ਕਰਨ ਦੀ ਜਿਹੜੀ ਸਾਰੀ ਰਸਮਾਂ ਨੇ ਉਹ ਕਰਤਾਰ ਦਾ, ਸਾਰੇ ਜਗਤ ਦੇ ਕ੍ਰੀਏਟਰ ਦਾ ਸੱਚਾ ਸਦਾ ਕਾਇਮ ਰਹਿਣ ਵਾਲਾ ਨਾਮ ਹੀ ਹੈ। ਉਹ ਨਾਮ ਜਿਹੜਾ ਇੱਥੇ ਉੱਥੇ ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ, ਅੱਗੇ ਪਿੱਛੇ ਹਰ ਥਾਂ ਇਹ ਮੇਰਾ ਆਧਾਰ, ਮੇਰੀ ਜ਼ਿੰਦਗੀ ਦਾ ਆਸਰਾ ਹੈ, ਮੇਰਾ ਸਹਾਈ ਹੈ। ਮੈਨੂੰ ਇਸ ਲੋਕ ਦੇ ਵਿੱਚ ਵੀ ਜੀਵਨ ਸੁਚੱਜਾ ਚਲਾਉਣ ਵਾਸਤੇ ਸਹਾਈ ਹੁੰਦਾ ਹੈ, ਪਰਲੋਕ ਵਿੱਚ ਵੀ ਮੇਰੇ ਨਾਲ ਖੜਾ ਹੁੰਦਾ ਹੈ, ਮੇਰੇ ਵਾਸਤੇ ਗਵਾਹੀ ਦਿੰਦਾ ਹੈ ਕਿ ਇਸ ਇਨਸਾਨ ਦਾ ਜੀਵਨ ਸੁਚੱਜਾ ਰਿਹਾ ਹੈ ਤੇ ਜਮਾ ਤੋਂ ਮੇਰਾ ਛੁਟਕਾਰਾ ਹੋ ਜਾਂਦਾ ਹੈ ਨਾਮ ਦੀ ਬਰਕਤ ਦੇ ਨਾਲ। तो ਇੱਥੇ ਉੱਥੇ ਆ ਗਿਆ ਪਾਛੈ, ਇਹ ਮੇਰਾ ਆਧਾਰ, ਇਸ ਇਹ ਨਾਮ ਪ੍ਰਭੂ ਦਾ ਇਸ ਲੋਕ ਵਿੱਚ ਵੀ परलोक विच भी हर थां मेरी जिंदगी का आसरा है, सहारा है, मेरा सहायक है। फिर इस तो इलावा जिहड़ी गंगा दे विच जाके इशनान करन दी गल, गंगा दे विच फुल प्रवाह करन दी गल, गुरु साहब कहते हैं कि गंग बनारस सिफत तुम्हारी नावे आत्म रहो, कि जिहड़े लोकी जाके गंगा ते काशी आदि तीर्थां ते जाके इशनान करते हैं, गुरु साहब कहते हैं कि मेरे वास्ते तो तेरी सिफत करनी ही गंगा अते बनारस का इशनान है, सारे तीर्थों का इशनान ही तेरी सिफत सलाह दे विच आ जांदा है। नावे आत्म राव, मेरी आत्मा जिहड़ी है तेरे नाम दे विच इशनान करती है। जिहड़े फल की कामना वो सनातनी लोग करते हैं 68 तीर्थों के इशनान करके, ਉਹ ਮੈਨੂੰ ਪ੍ਰਭੂ ਦੇ ਨਾਮ ਦੇ ਵਿੱਚ ਨਾਲ ਜੁੜਨ ਕਰਕੇ ਹੀ ਮੇਰਾ ਆਤਮਾ ਮਾਨੋ ਇਸ਼ਨਾਨ ਕਰ ਲੈਂਦਾ ਹੈ ਤੇ ਉਹ ਸਿਫਤ ਸਲਾਹ ਦੇ ਵਿੱਚ ਮੈਂ ਜੁੜ ਜਾਂਦਾ ਹਾਂ ਤੇ ਮੇਰੇ ਸਾਰੇ ਇਸ਼ਨਾਨ ਉਹਦੇ ਵਿੱਚ ਹੀ ਪੂਰੇ ਹੋ ਜਾਂਦੇ ਹਨ। ਗੁਰੂ ਸਾਹਿਬ ਕਹਿੰਦੇ ਹਨ ਕਿ ਅਸਲ ਸੱਚਾ ਇਸ਼ਨਾਨ ਕਿਹੜਾ ਹੈ, ਸੱਚਾ ਨਾਵਨ ਤਾਂ ਥੀਐ ਜਾਂ ਐਨਿਸ ਲਾਗੈ ਪਾਓ। ਐਨਿਸ ਤੋਂ ਭਾਵ ਹੈ ਦਿਨ ਰਾਤ, ਹਮੇਸ਼ਾ ਹੀ 24/7, ਜਿਵੇਂ ਅੱਜ ਕੱਲ੍ਹ ਇੱਕ ਐਕਸਪ੍ਰੈਸ਼ਨ ਹੈ ਦਿਨ ਰਾਤ ਲਗਾਤਾਰ। सच्चा नावन, ये जो दरियावां दे विच तीर्थां दे जाके स्थानां ते इशनान करना, गुरु साहब उन्होंने फजूल का नहाना समझते हैं। तीरथ नावन जाओ, तीरथ नाम है। गुरु साहब कहते मेरे वास्ते ते नाम ही प्रभु का जो है वो वही तीरथ इशनान है, मेरे वास्ते वही तीरथ है। जपदी बाणी च भी कहते हैं कि तीरथ नावा जे तिस भावां विन भाणे के नहाए करी, जे परमात्मा नूं ही चंगा नहीं लगता ये तीर्थां दा इशनान ते मैं नहा के की करना है। तो ये इशारा साफ है कि परमात्मा गुरु साहब तीर्थों के इशनान नूं फजूल का कर्म समझते हैं। तो इत्थे भी गल बड़ी स्पष्ट कर रहे हैं कि सच्चा नावन तां थी है। इशारे नाल गल आ गई कि जिहड़े गंगा बनारस के इशनान ने ये झूठे इशनान ने, फजूल के इशनान ने। सच्चा नावन तां थी है, सच्चा इशनान तां ही होएगा जां ऐनस लागै पाओ, जदों दिन रात प्रभु दे नाल प्यार पाओ बनिया रहे, प्यार बनिया रहे। तो प्रभु का प्यार ही असल इशनान है जिहदे विच मेरी आत्मा इशनान करती है ते प्रभु की सिफत सलाह दे नाल जुड़ती है। अंतले पदे दे विच हुण कहंदे हन कि जिहड़ी पिंड भरन वाली जिहड़ी क्रिया है, जो इन्हां दा कर्म कांड है, वो आम तौर ते की हुंदा है कि एक पिंड तां पंडित वट के ते देवतियां नूं भेंट करदा है ते दूजा पिंड जिहड़ा है वो पितरां वास्ते भेंट करदा है। तो ਉਹਦਾ ਰੈਫਰੈਂਸ ਦੇ ਰਹੇ ਹਨ ਗੁਰੂ ਸਾਹਿਬ, ਕਹਿੰਦੇ ਨੇ ਇੱਕ ਲੋਕੀ ਹੋਰ ਛਮਿਛਰੀ, ਇੱਕ ਤਾਂ ਦੇਵਤਿਆਂ ਵਾਸਤੇ
ਹੁੰਦਾ ਹੈ ਔਰ ਇੱਕ ਪਿਤਰਾਂ ਵਾਸਤੇ ਹੁੰਦਾ ਹੈ। ਛਮਿਛਰੀ ਲਫ਼ਜ਼ ਜਿਹੜਾ ਹੈ ਇਹ ਪਿਤਰਾਂ ਦੇ ਵਾਸਤੇ ਵਰਤਿਆ ਗਿਆ ਹੈ। ਪਰ ਇਹ ਸਭ ਕੁਝ ਕਰਨ ਤੋਂ ਬਾਅਦ ਫਿਰ ਕਰਦਾ ਕੀ ਹੈ ਕਿ ਬ੍ਰਾਹਮਣ ਵੱਟ ਪਿੰਡ ਖਾਏ। ਇਹ ਪਿੰਡੇ ਵੱਟਣ ਤੋਂ ਬਾਅਦ ਇਹ ਜਿਹੜੀ ਪਿੰਡ ਭਰਨ ਦੀ ਜਿਹੜੀ ਰਸਮ ਪੂਰੀ ਕਰਨ ਤੋਂ ਬਾਅਦ ਫਿਰ ਉਹ ਜਜਮਾਨ ਦੇ ਘਰੋਂ ਆਪ ਖੀਰ ਪੂੜੀ ਖਾਂਦਾ ਹੈ। ਪਰ ਉਹ ਕਹਿੰਦੇ ਹਨ ਕਿ ਇਹ ਜਿਹੜੀ ਜੋ ਕਿਰਿਆ ਉਹ ਕਰਦਾ ਹੈ, ਪਿੰਡ ਭਰਨ ਦੀ ਰਸਮ ਕਰਦਾ ਹੈ, ਇਹ ਇਹਦਾ ਕਿੰਨਾ ਕੁ ਅਸਰ ਹੈ, ਇਹ ਕਿੱਥੇ ਰਹਿ ਜਾਏਗਾ, ਕਿਸੇ ਦੇ ਜੀਵ ਦੇ ਨਾਲ ਇਹ ਜਾ ਸਕਦਾ ਹੈ, ਇਹ ਆਤਮਾ ਦੇ ਨਾਲ ਜਾ ਸਕਦਾ ਹੈ। ਲੌਜੀਕਲੀ ਸਮਝ ਆ ਜਾਣੀ ਚਾਹੀਦੀ ਹੈ ਕਿ ਵੀ ਇਹ ਸੂਲ ਚੀਜ਼ਾਂ ਇਹ ਨਾਲ ਜਾਣ ਵਾਲੀਆਂ ਨਹੀਂ ਹਨ। तो इसलिए जो चीज़ नाल जानी है और जो सਦੀवी साथ देने वाली है ਉਹਦੇ ਤੇ ਭਰੋਸਾ ਕਰਨਾ ਚਾਹੀਦਾ ਹੈ, ਨਾ ਕਿ ਇਹਨਾਂ ਫਜ਼ੂਲ ਦੇ ਕਰਮਾਂ ਦੇ ਉੱਤੇ ਭਰੋਸਾ ਕਰਨਾ ਚਾਹੀਦਾ ਹੈ। ਉਹ ਗੱਲ ਅਖੀਰਲੀ ਪੰਕਤੀ 'ਚ ਗੁਰੂ ਸਾਹਿਬ ਸਮਝਾ ਰਹੇ ਹਨ, ਨਾਨਕ ਪਿੰਡ ਬਖਸ਼ੀਸ਼ ਕਾ ਕਬੂ ਨਿਕੁਟਸ ਨਾਏ। ਪਰਮਾਤਮਾ ਦੀ ਬਖਸ਼ਿਸ਼, ਪਰਮਾਤਮਾ ਦੀ ਮਿਹਰ ਦਾ ਜਿਹੜਾ ਪਿੰਡ ਹੈ, ਜਿਹੜਾ ਪੇੜਾ ਹੈ, ਉਹ ਪਿੰਡ ਤਾਂ ਕਦੀ ਨਹੀਂ ਮੁੱਕਦਾ, ਉਹਦਾ ਅਸਰ ਕਦੀ ਖਤਮ ਹੀ ਨਹੀਂ ਹੁੰਦਾ। ਇਹ ਜਿਹੜਾ ਪਿੰਡ ਬਾਹਮਣ ਵੱਟਦਾ ਹੈ ਇਹ ਉਹ ਆਪ ਖਾ ਲੇਗਾ, ਉਹਨੂੰ ਥੋੜੇ ਕੁਝ ਘੰਟਿਆਂ ਵਾਸਤੇ ਆਧਾਰ ਮਿਲ ਜਾਏਗਾ ਤੇ ਤੁਹਾਨੂੰ ਉਹ ਭਰੋਸਾ ਇਹ ਦਿਵਾ ਰਿਹਾ ਹੈ ਕਿ ਵੀ ਇਹ ਤੁਹਾਡੇ ਪਿਤਰਾਂ ਨੂੰ ਔਰ ਤੁਹਾਡੇ ਦੇਵਤਿਆਂ ਨੂੰ ਖੁਸ਼ ਕਰਨ ਵਾਸਤੇ ਮੈਂ ਇਹ ਕੰਮ ਕਰ ਰਿਹਾ ਹਾਂ। ਉਹਦਾ ਜਿਵੇਂ ਕੋਈ ਭਰੋਸਾ ਨਹੀਂ ਹੈ। ਗੁਰੂ ਨਾਨਕ ਪਾਤਸ਼ਾਹ ਦੇ ਪ੍ਰਚਾਰ ਦੌਰਿਆਂ ਦੇ ਅੰਦਰ ਜਿਹੜੀ ਦੁਨੀ ਚੰਦ ਦੀ ਵਿਸਾਖੀ ਹੈ, ਜਿੱਥੇ ਉਹਨੂੰ ਸੂਈ ਰੱਖਣ ਵਾਸਤੇ ਕਹਿੰਦੇ ਹਨ ਕਿ ਵੀ ਸਾਨੂੰ ਅਗਲੇ ਜਨਮ ਵਿੱਚ ਦੇ ਦੇਈ, ਉੱਥੋਂ ਵੀ ਸਿਧਾਂਤ ਬੜਾ ਸਪਸ਼ਟ ਹੋ ਜਾਂਦਾ ਹੈ ਕਿ ਇਸ ਦੁਨੀਆ ਦੀ ਤਾਂ ਨਿੱਕੀ ਤੋਂ ਨਿੱਕੀ ਚੀਜ਼ ਵੀ ਅੱਗੇ ਨਹੀਂ ਜਾ ਸਕਦੀ। ਇਹ ਸੂਈ ਵਰਗੀ ਪਤਲੀ ਛੋਟੀ ਜਿੰਨੀ ਚੀਜ਼ ਵੀ ਨਾਲ ਨਹੀਂ ਜਾ ਸਕਦੀ ਤੇ ਬਾਕੀ ਸੂਲ ਚੀਜ਼ਾਂ ਨੇ ਤਾਂ ਕੀ ਅੱਗੇ ਜਾਣਾ ਹੈ। ਤੋ ਇਸ ਜਗ੍ਹਾ ਵੀ, ਇਸ ਸ਼ਬਦ ਦੇ ਅੰਦਰ ਵੀ ਗੁਰੂ ਸਾਹਿਬ ਨੇ ਫਿਰ ਜਿੰਨੀਆਂ ਵੀ ਬ੍ਰਾਹਮਣਾਂ ਦੀਆਂ ਰਸਮਾਂ ਨੇ, ਦੀਵੇ ਦੀ ਹੋ ਗਈ ਤੇ ਜਾਂ ਤੀਰਥ ਇਸ਼ਨਾਨਾਂ ਦੀ ਵੀ ਗੱਲ ਹੋ ਗਈ, ਪਿੰਡ ਭਰਾਉਣ ਦੀ ਗੱਲ ਹੋ ਗਈ, ਪਤਲਾਂ ਦੀ ਗੱਲ ਹੋ ਗਈ, ਉਹ ਸਾਰਿਆਂ ਦਾ ਰੈਫਰੈਂਸ ਵਰਤ ਕੇ ਗੁਰੂ ਸਾਹਿਬ ਨੇ ਸਭ ਚੀਜ਼ਾਂ ਨੂੰ ਤਿਆਗ ਕੇ ਪਰਮਾਤਮਾ ਦੀ ਸਿਫਤ ਸਲਾਹ, ਪ੍ਰਭੂ ਦੇ ਨਾਮ ਨੂੰ ਹਿਰਦੇ 'ਚ ਵਸਾਉਣ ਦੀ ਗੱਲ ਕੀਤੀ ਹੈ, ਪ੍ਰਭੂ ਦੇ ਨਾਲ ਪਿਆਰ ਪਾਉਣ ਦੀ ਗੱਲ ਕੀਤੀ ਹੈ। ਤੇ ਜਿਹੜਾ ਤੀਰਥਾਂ ਦਾ ਇਸ਼ਨਾਨ ਹੈ ਉਹਦੇ ਵਾਸਤੇ ਵੀ ਬੜੀ ਸਪਸ਼ਟ ਗੱਲ ਕਰ ਦਿੱਤੀ ਕਿ ਸੱਚਾ ਨਾਮਨ ਤਾਂ ਥੀ ਹੈ ਜਾਂ ਐਨਸ ਲਾਗੈ ਪਾਹੋ। ਦਿਨ ਰਾਤ ਪ੍ਰਭੂ ਦਾ ਪਿਆਰ ਤੁਹਾਡੇ ਹਿਰਦੇ 'ਚ ਵਸਿਆ ਰਵੇ, ਪ੍ਰਭੂ ਦੀ ਯਾਦ ਤੁਹਾਡੇ ਹਿਰਦੇ 'ਚ ਰਵੇ, ਤਾਂ ਤੁਸੀਂ ਪ੍ਰਭੂ ਦੀ ਮਿਹਰ ਦੇ ਬਖਸ਼ਿਸ਼ ਦੇ ਪਾਤਰ ਬਣ ਸਕਦੇ ਹੋ। ਔਰ ਉਹ ਬਖਸ਼ਿਸ਼ ਐਸੀ ਹੈ ਜਿਹੜੀ ਕਦੀ ਵੀ ਖਤਮ ਨਹੀਂ ਹੁੰਦੀ, ਜਿਹਦਾ ਅਸਰ ਕਦੀ ਮੁੱਕਦਾ ਹੀ ਨਹੀਂ। ਤੇ ਪ੍ਰਭੂ ਦੇ ਨਾਮ ਦਾ ਜੋ ਦੀਵਾ ਐਸਾ ਅਲੌਕਿਕ ਦੀਵਾ ਹੈ ਜਿਹਦੇ ਅੰਦਰ ਪਿਛਲੇ ਕੀਤੇ ਹੋਏ ਕਰਮਾਂ ਦੇ ਫਲ ਰੂਪ ਜਿੰਨੇ ਵੀ ਦੁੱਖ ਤੁਹਾਨੂੰ ਹੋ ਸਕਦੇ ਸੀਗੇ ਉਹ ਸਾਰੇ ਦੁੱਖ ਨਾਸ਼ ਹੋ ਜਾਂਦੇ ਹਨ, ਉਹਨਾਂ ਦੁੱਖਾਂ ਦਾ ਅਸਰ ਖਤਮ ਹੋ ਜਾਂਦਾ ਹੈ। ਤੇ ਜੇ ਗੱਲ ਨਾ ਸਮਝ ਆਈ ਹੋਵੇ ਤੇ ਜੋ ਰਾਹੋਂ ਦੇ ਵਿੱਚ ਗੁਰੂ ਸਾਹਿਬ ਨੇ ਗੱਲ ਆਖੀ ਹੈ, ਲੋਕਾਂ ਮਤ ਕੋ ਫੱਕੜ ਪਾਏ, ਇਹਨੂੰ ਮਜ਼ਾਕ ਨਾ ਸਮਝਣਾ, ਇਹਨੂੰ ਫਜ਼ੂਲ ਦੀ ਗੱਲ ਨਾ ਸਮਝਣਾ। ਜਿਵੇਂ ਇੱਕ ਰੱਤੀ ਭਰ ਅੱਗ ਜਿਹੜੀ ਹੈ, ਬਿਲਕੁਲ ਮਾਮੂਲੀ ਜਿੰਨੀ ਅੱਗ, ਜ਼ਰਾ ਜਿੰਨੀ ਅੱਗ ਲਗਾਈ ਜਾਵੇ ਲੱਕੜਾਂ ਦੇ ਵੱਡੇ ਸਾਰੇ ਢੇਰ ਨੂੰ ਤੇ ਉਹ ਸਾਰਾ ਢੇਰ ਸੜ ਕੇ ਸੁਆਹ ਹੋ ਜਾਂਦਾ ਹੈ। ਤਿਵੇਂ ਹੀ ਪਰਮਾਤਮਾ ਦਾ ਨਾਮ ਜਿਹੜਾ ਹੈ ਪਿਛਲੇ ਕੀਤੇ ਹੋਏ ਸਾਰੇ ਮੰਦੇ ਕਰਮਾਂ, ਮਾੜੇ ਕਰਮਾਂ ਦਾ ਅਸਰ ਜਿਹੜਾ ਹੈ ਉਹਨਾਂ ਨੂੰ ਨਾਸ਼ ਕਰਨ ਦੇ ਸਮਰੱਥ ਹੈ। ਉਹ ਸਾਰੇ ਸੰਸਕਾਰ ਮਾੜੇ ਅੰਦਰੋਂ ਮੁੱਕ ਜਾਂਦੇ ਹਨ। ਇੱਕ ਪ੍ਰਭੂ ਦੇ ਨਾਲ ਪਿਆਰ ਪਾਇਆ, ਪ੍ਰਭੂ ਦੀ ਸਿਫਤ ਸਲਾਹ ਨਾਲ ਜੁੜਿਆ, ਪ੍ਰਭੂ ਦੇ ਨਾਮ ਨੂੰ ਹਿਰਦੇ 'ਚ ਵਸਾਇਆ। ਸੋ ਇਸ ਸਾਰੇ ਸ਼ਬਦ ਦੇ ਅੰਦਰ ਇਹ ਸਾਰੀਆਂ ਮ੍ਰਿਤਕ ਦੀਆਂ ਫਜ਼ੂਲ ਦੀਆਂ ਰਸਮਾਂ ਨੂੰ ਤਿਆਗ ਕੇ ਗੁਰੂ ਸਾਹਿਬ ਨੇ ਪਰਮਾਤਮਾ ਦੇ ਨਾਮ ਦੇ ਨਾਲ ਪਿਆਰ ਪਾਉਣ ਦੀ ਗੱਲ ਕੀਤੀ ਹੈ। ਸੋ ਸ਼ਬਦ ਦਾ ਜੋ ਸਾਰ ਇਹੀ ਹੈ ਕਿ ਇਹ ਜਿਹੜੇ ਕਰਮ ਕਾਂਡ ਹਨ, ਮਰੇ ਪ੍ਰਾਣੀ ਦੇ ਨਿਮਿਤ ਕੀਤੇ ਹੋਏ ਕੋਈ ਵੀ ਕਰਮ ਕਾਂਡ ਕਿਸੇ ਕੰਮ ਨਹੀਂ ਆਉਂਦੇ। ਕੇਵਲ ਇੱਕ ਪਰਮਾਤਮਾ ਦਾ ਨਾਮ ਹੀ ਇਸ ਜੀਵਨ ਵਿੱਚ ਆਤਮਕ ਰੋਸ਼ਨੀ ਦਿੰਦਾ ਹੈ ਅਤੇ ਅੰਤ ਸਮੇਂ ਵੀ ਸਹਾਈ ਹੁੰਦਾ ਹੈ। ਆਓ ਅੰਤ ਵਿੱਚ ਹੁਣ ਫਿਰ ਇਸ ਸ਼ਬਦ ਦਾ ਇੱਕ ਵਾਰੀ ਫਿਰ ਪਾਠ ਸਰਵਣ ਕਰੀਏ। ਆਸਾ ਮਹਲਾ ਪਹਿਲਾ। ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇ ਪੁਨ
ਚਾਨਣ ਹੋ ਸੋਖਿਆ। ਚੂਕਾ ਜਮ ਸਿਉ ਮੇ ਲੋਕਾ मत को फक्कड़ पाए। लोका मत को फक्कड़ पाए। लख मड़िया कर इकट्ठे एक रती ले पा। पिंड पत्तल मेरी केशो किरिया सच नाम करता। एथे उथे आगे पाछे ये मेरा गंग बनारस सिफत तुम्हारी। नावे आत्म राम सच्चा नामन ताथिए। जहाँ एहनिस लागे पाओ। इक लोकी होर छमिछरी ब्राह्मण वट पिंड खाए। नानक पिंड बख्शीश का कब हूँ निकूटस नाहि। नानक पिंड बख्शीश का कब हूँ निकूटस नाहि। कब हूँ निकूटस नाहि। आप जी का बहुत बहुत धन्यवाद। अंत ਵਿੱਚ ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ